अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਪੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਜਦੋਂ ਅਸੀਂ ਇੱਥੇ ਪ੍ਰੋਗਰਾਮ ਕਰ ਰਹੇ ਹਾਂ ਅਤੇ ਉਦੋਂ ਤੁਹਾਡੇ ਕੋਲ ਉੱਥੇ ਉਹ ਜਿਹੜਾ ਫਾਈਨਲ ਆਉਂਦੇ ਨੇ ਜੀ ਮੈਚ ਹੋਣਾ ਅੱਜ ਲਾਹੌਰ, ਉਹਦੀ ਮੁਖਤਲਿਫ ਜਗ੍ਹਾ ਤੋਂ ਟੋਲੀਆਂ ਸ਼ੋਲੀਆਂ ਇਕੱਠੀਆਂ ਹੋ ਰਹੀਆਂ ਹੋਣੀਆਂ ਨੇ, ਮੀਡੀਆ ਵੀ ਉੱਥੇ ਠੱਠ ਲਾ ਕੇ ਬੈਠਾ ਹੋਏਗਾ। ਲੇਕਿਨ ਉਹਦੇ ਉੱਤੇ ਗੱਲ ਹੋ ਰਹੀ ਹੈ ਤਾਂ ਬਾਰ ਬਾਰ ਜੀ ਇਹ ਹੁਣ ਦੱਸੋ ਕਿ ਅਗਰ ਇਹ हुकूमत गिर जाएगी कि नहीं गिरेगी, फलाने ਇਹਦਾ ਇਹ ਜਿਹੜਾ ਲੀਵਰ ਹੈ ਇਹਦੇ ਨਤੀਜੇ 'ਚ ਇਹ ਮਕਸਦ ਹਾਸਿਲ ਹੋ ਸਕੇਗਾ ਕਿ ਨਹੀਂ ਹੋ ਸਕੇਗਾ। ਇਹ ਸਾਰੀਆਂ ਗੱਲਾਂ ਇਸ ਵਕਤ ਮੀਡੀਆ ਨੂੰ ਆਪ ਵੀ ਜਾਣਨ 'ਚ ਦਿਲਚਸਪੀ ਹੈ, ਤੁਹਾਨੂੰ ਵੀ ਦੱਸਣ 'ਚ ਦਿਲਚਸਪੀ ਹੈ। ਜਿਹੜੀ ਗੱਲ ਨਹੀਂ ਕੀਤੀ ਜਾ ਰਹੀ ਉਹ ਇਹ ਵੇ ਕਿ ਇਹ ਜਿਤਨੀ ਜਲੂਸਬਾਜ਼ੀ ਅਤੇ ਜਿਤਨੇ ਜਲਸੇ ਅਤੇ ਜੋ ਕੁਝ ਹੈ ਇਹ हुकूमत चली जाए फलाना आ जाए, ऐ ना होवे ओ हो जाए। वो जिन्हों प्योर आंदे ना इकतदार दी रस्साकशी, यानी इस दे सीट दे उत्ते गद्दी दे उत्ते शक्ल बदल जाए, नाम बदल जाए और मफाददार अपने ज़ाती मफाद ते अपने चेलियां चांटियां दे मफाद दी निगरानी करने वाला जिहड़ा वज़ीर आज़म हुंदा या सरखेल ਉਹਦਾ ਨਾਮ ਬਦਲ ਜਾਏ। ਪਾਲਿਸੀ ਦੇ ਉੱਤੇ ਕੋਈ ਇਤਜਾਜ ਨਹੀਂ ਹੋ ਰਿਹਾ। ਜਿਹੜੀ ਦੀਮਕ ਦੀ ਤਰ੍ਹਾਂ ਜੜ੍ਹਾਂ ਖੋਖਲੀਆਂ ਕਰ ਚੁੱਕੀ ਸੂਰਤ ਹਾਲ, ਉਸ ਦੀਮਕ ਦੇ ਇਲਾਜ ਵਾਸਤੇ ਉਸ ਬੁਨਿਆਦਾਂ ਦੇ ਵਿੱਚ ਜਿਹੜਾ ਜ਼ਹਿਰ ਭਰਿਆ ਜਾ ਰਿਹਾ ਇਨਸਾਨੀ ਜ਼ਿਹਨਾਂ ਦੇ ਵਿੱਚ, ਸਾਡੀ ਆਉਣ ਵਾਲੀਆਂ ਨਸਲਾਂ ਦੇ ਜ਼ਿਹਨ ਜਿਸ ਤਰ੍ਹਾਂ ਕਰਪਟ ਕਰ ਦਿੱਤੇ ਗਏ ਨੇ ਜਿਵੇਂ ਕੀਤੇ ਜਾਣੇ ਨੇ ਹਾਲੇ, ਉਹਦੇ ਉੱਤੇ ਕੋਈ ਇਤਜਾਜ ਨਹੀਂ, ਕੋਈ ਜਲਸਾ ਨਹੀਂ, ਕੋਈ ਕੁਝ ਨਹੀਂ। ਔਰ ਇਹ ਸਾਰੇ ਜਿਹੜੇ ਨੇ ਕੀ ਹੈ ਜੀ ਕਿ ਇਹ ਤਰਾ ਜਿਹੜੇ ਨੇ ਇਹਨਾਂ ਨੂੰ ਅੱਗੇ ਲੈ ਆਵੋ, ਉਹਨਾਂ ਤੋਂ ਪਿਛਾਂ ਹਟਾ ਦਿਓ। ਇਹ ਸਵਾਲ ਇੱਕ ਪੁੱਛਣ ਵਾਲਾ ਕਿ ਅੱਛਾ ਤੁਹਾਡੀ ਇਹ ਗੱਲ ਮੰਨੀ ਜਾਂਦੀ ਹੈ, ਇਮਰਾਨ ਖਾਨ ਨੂੰ ਘਰ ਭੇਜ ਦਿਓ ਜੀ, ਫਿਰ ਤੁਸੀਂ ਆ ਜਾਓ ਅਤੇ ਤੁਸੀਂ ਤਾਂ ਅੱਗੇ ਵੀ ਸੋ। ਗੱਲ ਤਾਂ ਇਹ ਵੇ ਕਿ ਪੋਲਿਸੀ ਡਿਸੀਜ਼ਨ ਲੈਣ ਵਾਸਤੇ ਤੁਹਾਡੇ 'ਚੋਂ ਕਿਹੜਾ ਬੰਦਾ ਹੈ ਜਿਹੜਾ ਇਹ ਗੱਲ ਕਰੇ ਕਿ ਇਹ ਕੰਮ ਪਾਕਿਸਤਾਨ ਵਾਸਤੇ ਨੁਕਸਾਨਦੇਹ ਵੇ, ਇਸ ਪੋਲਿਸੀ ਦਾ ਪਾਕਿਸਤਾਨ ਦੇ ਹਿਊਮਨ ਸਟੱਫ ਨੂੰ, ਇਨਸਾਨਾਂ ਨੂੰ ਨੁਕਸਾਨ ਪਹੁੰਚ ਰਿਹਾ, ਫਲਾਂ ਫੈਸਲੇ ਜਿਹੜੇ ਨੇ ਉਹਨਾਂ ਦਾ ਅਸਰ ਸਾਡੀ ਆਉਣ ਵਾਲੀਆਂ ਨਸਲਾਂ 'ਤੇ ਪੈ ਰਿਹਾ। ਇਹ ਸੋਚ ਨੂੰ ਅਗਰ ਮੁਆਸ਼ਰਤੀ ਚਾਲ ਚੱਲਣ ਦਾ ਹਿੱਸਾ ਬਣਾ ਲਿਆ ਜਾਏ ਤਾਂ ਉਹਦੇ ਨਤੀਜੇ 'ਚ ਅਸੀਂ ਇੱਕ ਇੰਤਹਾ ਪਸੰਦ ਅਤੇ ਦੁਨੀਆ ਵਾਸਤੇ ਮਿਸਫਿਟ ਸੁਸਾਇਟੀ ਪੈਦਾ ਕਰ ਰਹੇ ਹੋਵਾਂਗੇ। ਅਸੀਂ ਐਸੀ ਯੂਥ ਪ੍ਰੋਡਿਊਸ ਕਰ ਰਹੇ ਹਾਂ ਜਿਹਨੇ ਅੱਜ ਜੋ ਖਬਰ ਸੀ ਉੱਥੇ ਸ਼ਾਹੀ ਕਿਲੇ ਦੀ ਜਾਂ ਕਿਸੇ ਮਿਊਜ਼ੀਅਮ ਦੇ ਵਿੱਚ ਰਣਜੀਤ ਸਿੰਘ ਦੀ ਜੀ ਉਸ ਮੁਜੱਸਮੇ ਦੀ ਬਾਂਹ ਬਣ ਆਇਆ ਇੱਕ 15-16 ਸਾਲ ਦਾ ਲੜਕਾ। ਹੁਣ ਉਹਦੇ ਉੱਤੇ ਨਵੀਂ ਡਿਬੇਟ ਸ਼ੁਰੂ ਹੋਈ ਹੈ ਬਾਕਾਇਦਾ ਕਿ ਰਣਜੀਤ ਸਿੰਘ ਜਿਹੜਾ ਸੀ ਉਹ ਉਹਨੇ ਮੁਸਲਮਾਨਾਂ 'ਤੇ ਕਦੋਂ ਜ਼ੁਲਮ ਕੀਤੇ ਸਨ। ਦੂਸਰਾ ਤਬਕਾ ਕਹਿ ਰਿਹਾ ਜੀ ਉਹ ਤਾਂ ਅਸਲ ਹੀਰੋ ਸੀ, ਉਹ ਪੰਜਾਬ ਦਾ ਸੀ। ਔਰ ਉਹ ਹੁਣ ਜਿਹੜੇ ਤੁਰਕੀ ਹੀਰੋ ਇੰਟਰੋਡਿਊਸ ਕਰਵਾਏ ਜਾ ਰਹੇ ਨੇ ਉਹਦੇ ਮੁਕਾਬਲੇ 'ਤੇ ਇੱਕ ਇੰਡੀਜੀਨੀਅਸ ਅਤੇ ਮੁਕਾਮੀ ਹੀਰੋਜ਼ ਉਹਨਾਂ ਨੂੰ ਅੱਗੇ ਲਿਆਉਣਾ, ਉਹਨਾਂ ਉੱਤੇ ਗੱਲਬਾਤ ਕਰਨੀ। ਲੇਕਿਨ ਜਿਹੜੀ ਗੱਲ ਨਹੀਂ ਕੀਤੀ ਜਾ ਰਹੀ, ਛੁਪ ਕੇ ਕਦੀ ਪੰਜਾਬੀਅਤ ਦੇ ਪਿੱਛੇ ਛੁਪਦੇ ਨੇ, ਕਦੀ ਆਂਦੇ ਨੇ ਸਾਨੂੰ ਜਮਹੂਰੀਅਤ ਦੇ ਪਿੱਛੇ ਛੁਪਣਾ, ਕਦੀ ਆਂਦੇ ਨੇ ਜੀ ਸਾਡਾ ਸੈਕੂਲਰਿਜ਼ਮ ਅਤੇ ਲਿਬਰਲਿਜ਼ਮ ਦੇ ਬਹਿਸ ਦੇ ਪਿੱਛੇ ਛੁਪ ਜਾਣਾ। ਲੇਕਿਨ ਜਿਹੜੀ ਕਰਨ ਵਾਲੀ ਗੱਲ ਹੈ ਨਾ ਉਹ ਮੂੰਹ ਭਰ ਕੇ ਔਰ ਅੱਖਾਂ 'ਚ ਅੱਖਾਂ ਪਾ ਕੇ ਕੋਈ ਨਹੀਂ ਪਿਆ ਕਰਦਾ। ਔਰ ਅਗਲੀ ਗੱਲ ਇਹ ਵੇ ਕਿ ਨਾ ਕਰਨੀ ਵੀ ਕੋਈ ਨਹੀਂ। ਹੁਣ ਤੇ ਲੋਲੀਪੌਪ ਨੇ ਉਹ ਮਤਲਬ ਫਿਲਹਾਲ ਕਦੀ ਲੱਭ ਜਾਏਗਾ ਇਹਦੀ ਬਿਲੋਵਲ ਦੀ ਸੂਰਤ 'ਚ, ਕਦੀ ਮਰੀਮ ਦੀ ਸੂਰਤ 'ਚ। ਹੁਣ ਇੱਕ ਇਸ ਗੱਲ ਦੀ ਨਹੀਂ ਸਮਝ ਆਉਂਦੀ ਪਈ ਕਿ ਇਹਨਾਂ ਨੇ ਜਿਤਨੀ ਮਿਹਨਤ ਕਰਕੇ ਜਿਹੜਾ ਪ੍ਰੋਡਿਊਸ ਦੀ ਪੇਸ਼ ਕੀਤੀ ਹੈ, ਜਿਹੜਾ ਆਊਟਕਮ ਪੇਸ਼ ਕੀਤਾ ਦੋਵਾਂ ਪਾਰਟੀਆਂ ਨੇ, ਬਲਕਿ ਅੱਗੋਂ ਤਰਾਵਾਂ ਦੀ ਗੱਲ ਕਰ ਲਓ। ਮੁਫਤੀ ਮਹਿਮੂਦ ਨੇ ਜਿਹੜੀ ਪੋਲੀਟੀਕਲ ਲੈਗੇਸੀ ਦਿੱਤੀ ਹੈ ਉਹ ਸਿਰਫ ਫਜ਼ਲ ਰਹਿਮਾਨ ਦੀ ਸੂਰਤ 'ਚ ਦਿੱਤੀ ਹੈ। ਦੂਜੇ ਇੱਧਰ ਉੱਧਰ ਵਾਲੇ ਹੁਣ ਉਹਦੇ ਵਿੱਚ ਹਿੱਸਾ ਮੰਗਦੇ ਨੇ ਔਰ ਹਿੱਸਾ ਉਹਨਾਂ ਨੂੰ ਲੱਭਦਾ ਵੀ ਰਹਿੰਦਾ।
लेकिन उन्हों का मूँह जोड़ा वो फजलुर रहमान है, मुफ्ती महमूद का पुत्र। जुल्फकार अली भुट्टो ते अगों बेनज़ीर भुट्टो ते जरदारी इन्हें जी लैगेसी दी है पोलिटिकल, वो बिलावल है। 4 सूबे या कश्मीर भी विच शामिल कर लो, वो इलाका भी, ते 50 साल जदोजहद, 2 सियासी शहादतां, ते नतीजा फिर ये कि उन्हां चों ही, उस खानदान दे विचों ही एक बंदा बस, ना एतजाज़ हसन ना ओदी नस्ल इन्ने जोगी होई, ना फ़हीम मखदूम अमीन फ़हीम तो ओदी नस्ल इस काबिल होई, ना जहांगीर बदर तो ओदी नस्ल इस काबिल हो सकी, ना अपना मंजूर वट्टू ते उन्हां दी फैमिली इस काबिल हो सकी कि वो पाकिस्तान दी पीपल पार्टी दी नज़रियाती और आइनी ते अपना मुकन्ना ते पार्लीमेंटेरियन क्यादत कर सकन। वो इस काबिल कोई भी नहीं हो सके। इंज लगता सी जिस तरह इस एक इंजीनियर्ड क्लोन्ड फैमिली तो इलावा बाकी सारे नाअहल इंपोर्टेंट ने, उन्हें चों सियासी नस्ल पैदा ही नहीं हो सकती। आंदे जी इत्थे दा कल्चर है। अच्छा, दूसरे पासे सारी जदों तो लैके ज़ियाउल हक ने उन्होंने फड़ाई स्टिक ते आख्या चलो शाबाश आ जाओ, कुद लो, तुसी कर लो, सियासत कर लो। उस सियासत दे हुंदी रही, उहदे विच अपना सियालकोट वालियां मुस्लिम लीग दियां फैमिलियां भी शामिल रहियां, उन्हां दे विच चौधरी निसार अली भी शामिल रहे, उन्हां दे विच सैयद जफर अली शाह भी इत्थों इस्लामाबाद वाले इलाके चों रहे। फिर टुरी जाओ सारा पाकिस्तान फिरो, फिर बलोचिस्तान टुर जाओ, लेकिन मुस्लिम लीग दी क्यादत आस्ते जेड़ा स्टफ तैयार होया है वो या हमजा है या मरियम है। फिर उन्होंने दे आपस में भी मतलब एक को मैच करा के ते फिर फाइनली ये कि जी हुण इन्हां चों मरियम ही है जिहड़ी तुहाडी मुल्क संभाल सकती। अच्छा जी, हुण वो जिन्हों आंदे ने ला दिओ, जिन्हों आंदे ने भजा दिओ इत्थों, वो नहीं वज़ीर आज़म चाहिदा। उन्हें कट्ठे केड़े कीते ने 2.5 साल दे विच, दसदे ने भी 6 उस IG चेंज कीते ने, चीफ सैकटरी वाले ढेर सारे चेंज कीते सो, काबीना दे विच उन्होंने 4-4 वारी शफलिंग करनी पै रही है, ते कीता उहदे कोलों कुछ भी नहीं पै जांदा। आउटकम की है कि जेड़ा हुण इंटीरियर मिनिस्टर लाया गया शेख रशीद, ਉਹਦੇ क्रेडेंशियल ये ने कि वो सस्ते सस्ते शेर पढ़ के ते अपना चार्ज लै रहा। दूजी गल ये कि वो तो इंज जिवें विक्ट्री स्पीच करी दी है ना, अगे सिर्फ वज़ीर आज़म या अमरीका वर्गे मुल्कां सदर बन जाए तो वो अपनी विक्ट्री स्पीच कर लेंदा सी। हुण तो भी शेख रशीद की भी विक्ट्री स्पीच सी कल पूरी, और लग मैनूं इंज रहा सी कि दोवें इक्को कैफियत दे ने। इमरान खान वज़ीर आज़म बन जाए उस दे बाद उसकी जिंदगी के मकासद ख़त्म हो जाते हैं। वो उन्हें असल च जिस तरह वो चैलेंज लेना तो मतलब बॉल करानी तो मैच जितना तो आखिरी ओवर तो आखिरी बॉल तो इहो जिहियां शैवां च उन्होंने वो फलालियां करद्या करद्या चुक जिथों तक आया सी ना, उसका तशख्खुस ये बन गया सी, मैं जिहड़ी शै नूं हत्थ पाना मैं इंज कर देना, मैं अस्पताल बनाने लगा तो मैं बड़ा सोहना बना लिया, मैं इंज करन लगा वो कर लिया। उसदे नज़दीक ये भी एक तमाशा ही सी, ये भी एक कैंपेन सी। वज़ीर आज़म बनना भी कई दोस्त होंगे मेरे को टाइम हो, बल्कि मेरा तो करीबी दोस्त है, उन्हें कदी कदी उहदे गल होनी करनी, थोड़ी देर गुफ्तगू होंदे रहना। वालिद साहब उन्होंने मरहूम बड़े साहिब इल्म आदमी सन, और उन्होंने लाइब्रेरी भी चंगी ज़खीम सी जिहड़ी घर दे विच ही कायम सी। तो उन्हें आखना जिस वे मजहबी माखज़ नाल या किसी इस हवाले नाल गल होनी तो मैं हवाले दे देने, गल कर लैनी। उन्हें एक दिन ना तंग आके उस आख्या मैनूं सिर्फ 2 हफ्ते चाहिए, 2 हफ्ते मैं टिक के अगर पढ़ लवां ना तो तुहाडीआं सारियां गल्लां दा जवाब मेरे को है। लेकिन उन्होंने जाहिर है फिर जिंदगी ने 2 हफ्ते कभी भी नहीं दिते।
इमरान खान वर्गे जिहड़े ने इन्हां दी अपनी ज़ाती दोस्तां च गल हुंदी, मैं दुनिया का कोई काम भी कर सकता हूँ, मुझे सिर्फ इतना टाइम चाहिए, मैं ये भी बन के दिखा दूंगा। ये जिहड़े हकीकी मुल्क होंदे ने जिन्हां दा अगे कोई फ्यूचर हुंदा है, जिन्हां दी अगे कोई एज ए कौम उन्हां दी कोई सद पुछ हुंदी है, फिर उन्होंने वो बंदियां नूं कोई समझते हैं दूजिਆਂ ਨੂੰ, ਤੇ ਉਹਨਾਂ ਨੂੰ ਵੀ ਲੋਕ ਕੁਝ ਸਮਝਦੇ ਨੇ। ਉਹਨਾਂ ਦੇ ਵਿੱਚ ਇੰਜ ਦੀ ਸਿਆਸਤ ਦੇ ਵਿੱਚ, ਲੀਡਰਸ਼ਿਪ ਦੇ ਵਿੱਚ ਇਸ ਤਰ੍ਹਾਂ ਦੀ ਤਮਾਸ਼ਬੀਨੀਆਂ ਨਹੀਂ ਚੱਲਦੀਆਂ। ਉਹਨਾਂ ਦੇ ਵਿੱਚ ਲੀਡਰਸ਼ਿਪ ਇਸ ਤਰ੍ਹਾਂ ਦੇ ਕੱਚੇ ਔਰ ਫੁਸਫੁਸੇ ਅੰਦਾਜ਼ ਵਿੱਚ ਕੌਮਾਂ ਨੂੰ ਰਿਪਰੈਜ਼ੈਂਟ ਕਰਨ ਦੇ ਸਟੇਟਸ 'ਤੇ ਨਹੀਂ ਚਲੇ ਜਾਂਦੇ ਲੋਕ, ਨਾ ਉਹਨਾਂ ਨੂੰ ਕੋਈ ਜਾਣ ਦਿੰਦਾ। ਲੇਕਿਨ ਜਿਹੋ ਜਿਹੇ ਕੌਣ ਵਾਲੇ ਉਂਝ ਦੇ ਖਾਣ ਵਾਲੇ ਉਹ ਹੁਣ ਚੁੱਕੇ ਸਿਸਟਮ ਇੰਨਾ ਖੋਖਲਾ ਹੋ ਚੁੱਕਿਆ ਸੀ। ਉੱਥੇ ਕਿਹੜਾ ਬੰਦਾ ਸੀ ਜਿਹਦੇ ਨਾਲ ਇਮਰਾਨ ਖਾਨ ਨੂੰ ਤੁਸੀਂ ਕੰਪੀਟ ਕਰਨਾ ਸੀ? ਨਵਾਜ਼ ਸ਼ਰੀਫ, ਇਸਾਕ ਡਾਰ, ਯਾਨੀ ਜਿਹੜੇ ਹੁਣ ਆਉਂਦੇ ਨੇ ਸਿਰਫ ਸਾਨੂੰ ਸਬੂਤ ਦੇ ਦਿਓ, ਬਿਲਡਿੰਗਾਂ ਸਾਡੀਆਂ ਉੱਥੇ ਖਲੋਤੀਆਂ ਨੇ, ਉਹਨਾਂ ਬਿਲਡਿੰਗਾਂ ਦਾ ਕਿਰਾਇਆ ਉਹਨਾਂ ਨੂੰ ਹੀ ਆਉਣਾ ਜਿਹੜੀਆਂ UAE ਦੇ ਵਿੱਚ ਉਹਨਾਂ ਖਰੀਦੀਆਂ ਨੇ, ਅਤੇ ਉਹਨਾਂ ਦੇ ਵਸਾਇਲ ਇਸ ਕਾਬਿਲ ਨਹੀਂ ਸਨ ਕਿ ਲੈਲਪੁਰੋਂ ਉੱਠ ਕੇ ਤੇ ਉਹ ਜਾ ਕੇ ਤੇ UAE ਦੇ ਵਿੱਚ ਇਤਨੀ ਪ੍ਰਾਪਰਟੀ ਖਰੀਦ ਲੈਂਦੇ। ਇੰਨੀ ਤਨਖਾਹ ਨਹੀਂ ਸੀ ਹੁੰਦੀ ਫਾਈਨਾਂਸ ਮਿਨਿਸਟਰ ਦੀ। ਔਰ ਜਿਤਨੀ ਪ੍ਰਾਪਰਟੀਜ਼ ਇਹਨਾਂ ਨੇ ਖਰੀਦੀਆਂ ਨੇ ਜਿਹੜੀਆਂ ਸਾਰੇ ਮਹਿਲ ਵਾਲੀ ਤੇ ਸਵਿਸ ਬੈਂਕ ਦੇ ਅਕਾਊਂਟ, ਉਹਨੇ ਪੈਸੇ ਵੀ ਇਹਨਾਂ ਦੇ ਕੋਲ ਨਹੀਂ, ਮਤਲਬ ਇਹਨਾਂ 'ਤੇ ਨਹੀਂ ਨਾ ਗਵਰਨਮੈਂਟ ਉਹਨਾਂ ਨੂੰ ਕੰਪਨਸੇਟ ਕਰਦੀ ਰਹੀ। ਇੱਕ ਲਾਹੌਰ ਵਾਲਾ ਬਿਲਾਵਲ ਹਾਊਸ ਸੀ ਜਿਹੜਾ, ਉਹ ਆਮ ਸ਼ਰੀਫ ਆਦਮੀ ਸਿਆਸਤਦਾਨ ਜਿਹੜਾ, ਉਹ ਆਪਣੀ ਕਮਾਈ 'ਚੋਂ ਜਾਂ ਆਪਣੇ ਜ਼ਾਤੀ ਬਿਜ਼ਨਸ 'ਚੋਂ, ਬਿਜ਼ਨਸ ਇਹਨਾਂ ਦੇ ਹੈ ਕਿਹੜੇ ਸਨ ਬਾਈ ਦੀ ਵੇ। ਦੂਸਰੀ ਗੱਲ ਇਹ ਕਿ ਇਹਨਾਂ ਨੂੰ ਦੌਰਾਨੇ ਇਕਤਦਾਰ ਹੀ ਕਿਉਂ ਸਾਰੀਆਂ ਸ਼ੂਗਰ ਮਿਲਾਂ ਲੱਭਦੀਆਂ ਨੇ? ਇਹਨਾਂ ਦਾ ਸਾਰਾ ਬਿਜ਼ਨਸ ਜਿਹੜਾ ਉਹ ਇਕਤਦਾਰ ਦੇ ਦੌਰਾਨ ਕਿਉਂ ਐਕਸਪੈਂਡ ਹੁੰਦਾ? ਇਸ ਤਰ੍ਹਾਂ ਦਾ ਜਿਹੜਾ ਸਟੱਫ ਹੈ ਉਹਨੂੰ ਰਿਪਲੇਸ ਕਰਨ ਵਾਸਤੇ ਇਹ ਆਇਆ ਅੱਗੇ, ਇਹਨੇ ਵੀ ਬਿਲਕੁਲ ਉਹ ਜਿਹੇ ਇਕੱਠੇ ਕਰ ਲਏ ਦੁਆਲੇ ਦੁਆਲੇ। ਹੁਣ ਉਹਦਾ ਮੁਤਾਲਬਾ, ਯਾਨੀ ਉਹਦੀ ਜਿਹੜੀ ਸਿੰਗਲ ਪੁਆਇੰਟ ਪਾਲਿਸੀ ਹੋਏ ਵੇ ਕਿ ਮੈਨੂੰ ਵਜ਼ੀਰ ਆਜ਼ਮ ਰਹਿਣ ਦਿਓ, ਜੋ ਦਿਲ ਕਰੀ ਜਾਓ, ਮੈਂ ਵਜ਼ੀਰ ਆਜ਼ਮ ਮੈਂ ਹੀ ਰਵਾਂ, ਪਾਲਿਸੀ ਮੇਕਿੰਗ ਦਾ ਇਸ਼ੂ ਹੀ ਕੋਈ ਨਹੀਂ, ਵਜ਼ੀਰ ਆਜ਼ਮ ਮੈਂ ਹੀ ਰਵਾਂ, ਜਿਸ ਤਰ੍ਹਾਂ ਦੇ ਮਰਜ਼ੀ ਐਥਿਕਸ ਜਿਹੜੇ ਨੇ ਨਵੇਂ ਇੰਟਰੋਡਿਊਸ ਕਰਵਾ ਲਓ, ਮੈਂ ਬਸ ਵਜ਼ੀਰ ਆਜ਼ਮ ਰਹਿਣਾ ਚਾਹੀਦਾ। ਇਹ ਸੋਚ ਉਸ ਮੁਕਤਦਰਾ ਜਾਂ ਮੁਕਤਦਰ ਦਫ਼ਤਰ ਦੀ ਹੈ ਜਿਹਦੇ ਖਿਲਾਫ ਉਹ ਸਫਾ ਰਹਾ ਹੋਏ ਨੇ। ਔਰ ਇਹ ਕ੍ਰੈਡੈਂਸ਼ੀਅਲ ਉਹਨਾਂ ਦੇ ਨੇ ਕਿ ਇਹਨਾਂ ਦੇ ਕੋਲ ਸਿਆਸਤ ਦੇ ਹਾਈਐਸਟ ਆਫਿਸ ਕੌਮੀ ਜਿਹੜੇ ਨੇ ਉਹਨਾਂ ਨੂੰ ਆਕੂਪਾਈ ਕਰਨ ਤੋਂ ਪਹਿਲਾਂ ਇਹਨਾਂ ਦੇ ਵਸਾਇਲ ਇੰਨੇ ਕਦੀ ਵੀ ਨਹੀਂ ਸਨ, ਇਨਕਲੂਡਿੰਗ ਮੌਲਵੀ ਫਜ਼ਲੁਰ ਰਹਿਮਾਨ ਅਤੇ ਉਹਦੇ ਪਿਓ ਮੌਲਵੀ ਮੁਫਤੀ ਮਹਿਮੂਦ ਦੇ। ਲੇਕਿਨ ਉਹ ਸਾਰਾ ਤਬਕੇ ਵੀ ਸਾਡੇ ਸਿਰ 'ਤੇ ਮੁਸੱਲਤ ਕਰ ਰਹੇ ਨੇ। ਔਰ ਇਹ ਜਿਹੜੇ ਟਰੱਕ ਭਰ ਕੇ ਉੱਥੇ ਜਲਸਿਆਂ ਜਮ੍ਹਾਂ ਹੋਣੇ ਨੇ, ਇਹ ਉਹੀ ਤਬਕਾ ਨਾ ਸਾਰਾ ਜਿਨ੍ਹਾਂ ਨੂੰ ਨਹੀਂ ਐਜੂਕੇਟ ਕੀਤਾ ਗਿਆ ਕਿ ਤੁਹਾਡੇ ਮਸਲੇ ਕੀ ਨੇ, ਜਿਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਫੂਡ ਔਰ ਵਾਟਰ ਰਿਸੋਰਸਿਸ ਇਹ ਅਗਲੀ ਥ੍ਰੈਟ ਬਣਨੀ ਜਾ ਰਹੀ ਹੈ ਪਾਕਿਸਤਾਨ ਦੇ ਵਿੱਚ। ਡੇ ਟੂ ਡੇ ਸਿਕਿਉਰਿਟੀ ਔਰ ਲਾਈਫ ਐਂਡ ਪ੍ਰੋਪਰਟੀ ਦੀ ਸਿਕਿਉਰਿਟੀ, ਇਹ ਜਿਨ੍ਹਾਂ ਇਦਾਰਿਆਂ ਦਾ ਕੰਮ ਸੀ ਉਹਨਾਂ ਨੂੰ ਨਜ਼ਰ ਆ ਰਿਹਾ, ਉਹ ਸਾਰੇ ਇੰਡੀਕੇਟਰਸ ਵਾਜ਼ੇ ਹੋ ਰਹੇ ਨੇ ਜਿਹੜੇ ਪਬਲਿਕ ਲਾਈਫ ਪਬਲਿਕ ਪ੍ਰੋਪਰਟੀ ਨੂੰ ਐਟ ਥ੍ਰੈਟ ਵੇਖਦੇ ਵੀ ਪਏ ਨੇ। ਉਹਦੇ ਹੁਣ ਮੁਖਤਲਿਫ ਕਿਸਮਾਂ ਨਿਕਲ ਆਈਆਂ ਨੇ। ਪਿਛਲੇ 10 ਸਾਲਾਂ ਦੇ ਵਿੱਚ ਪ੍ਰਾਈਵੇਟ ਸਿਕਿਉਰਿਟੀ ਗਾਰਡ ਦਾ ਜਿਹੜਾ ਕਲਚਰ ਹੈ ਉਹਨੂੰ ਵੇਖ ਲਓ, ਉਹਨਾਂ ਦੀ ਤਾਦਾਦ ਕੱਢੋ, ਉਹ ਤੁਹਾਡੀ ਪੁਲਿਸ ਦੇ ਪਰਸਨੈਲ ਨਾਲੋਂ ਪ੍ਰਾਈਵੇਟ ਸਿਕਿਉਰਿਟੀ ਦੇ ਪਰਸਨੈਲ ਜ਼ਿਆਦਾ ਹੋਏ ਪਏ ਹੋਣੇ। ਮੈਂ ਕਹਿੰਦਾ ਅਗਰ ਉਹਨਾਂ ਦੇ ਬਰਾਬਰ ਵੀ ਹੋ ਗਏ ਨੇ ਤੇ ਫਿਰ ਜ਼ਿਆਦਾ ਨਾ ਵੀ ਹੋਣ, ਫਿਰ ਵੀ ਲਮਾਏ ਫਿਕਰੀ ਹੈ। ਸੋ ਮਚ ਸੋ ਕਿ ਅਗਰ 10 ਲੱਖ ਤੁਹਾਡੇ ਕੋਲ ਪੁਲਿਸ ਦੇ ਪਰਸਨੈਲ ਨੇ ਔਰ 5 ਲੱਖ ਤੁਹਾਡੇ ਕੋਲ ਪ੍ਰਾਈਵੇਟ ਸਿਕਿਉਰਿਟੀ ਦੇ ਪਰਸਨੈਲਸ ਨੇ, ਫਿਰ ਵੀ ਤੁਹਾਡੇ ਕੋਲ ਕੋਈ ਗਲਤੀ ਹੋਈ ਲਾ ਐਂਡ ਆਰਡਰ ਦੇ ਪਾਲਿਸੀ ਮੇਕਿੰਗ 'ਚ। ਫਿਰ ਅਗਰ ਤੁਸੀਂ ਇਸ ਵਕਤ ਵੇਖੋ ਇੰਡੀਆ ਦੇ ਵਿੱਚ ਜਿਹੜੀ ਤੁਹਾਡੇ ਨਾਲ ਨੈਕਸਟ ਡੋਰ, ਉੱਥੇ ਕੀ ਇਤਜਾਜ ਹੋ ਰਿਹਾ? ਕਿਸਾਨ ਆਪਣੇ ਮਾਮਲੇ 'ਚ ਪਾਲਿਸੀ ਦੇ ਉੱਤੇ ਇਤਜਾਜ ਕਰਵਾ ਰਿਹਾ।
उन्होंने MNA और वो सारे बैठे ने हुकूमत मुज़ाकरात जो भी है, लेकिन उत्थे मसला किहड़ी गल ते वे कि यह पॉलिसी जिहड़ी है ये सानूं सूटेबल नहीं है। लाहौर दे विच जिहड़ा तुहाडे कोल अज एहतजाज हो रहा किसी पॉलिसी ते नहीं हो रहा। वो आंदे ने यह जिहड़ा दफ्तर है ना इहदी चाबी सानूं दिओ, तुसीं बाहर निकल जाओ। बई तुहानूं लभ जाए फिर की हो जाएगा। पॉलिसी के उत्ते एहतजाज उत्ते कदी नहीं इन्हां नूं तुसीं वेखोगे। जितनी इंसानी वकार और जिंदगी और उसकी डिगनिटी नूं जिथे जिथे थ्रैट पहुंचिया ने उत्थे कदी इन्हां नूं तुसां बाहर निकलिया नहीं वेख्या। ये हमेशा इन्हां दे वड्डे वड्डे कंटेनर ये वो जिहड़े आर्मी नूं मूँह भर के ते मतलब थ्रैट करके आंदे ने कि असीं आए जे तो भी फड़ लो जी, असीं फिर हुण नहीं बर्दाश्त करना। वो की हुंदा ये दफ्तर तो बाहर ने, इन्हां नूं वो दफ्तर चाहिए ने, ये इकतदार तो बाहर ने, इन्हां नूं इकतदार चाहिए। वोटर की वो इज्जत चाहिए है जिहड़ी वोट की इज्जत के नतीजे ये वजीर आजम हो सके। हुणे ही इन्होंने आखो कि इत्थे वजीर आजम जिहड़ा वो किसी छोटे जे जिले चों कोई आम फैमिली दे पीपल पार्टी का या नून लीग का या आम मुनासिब जगह दुकामत का कोई मौलवी जिहड़ा इन्ना जहरीला ना होवे, उदों ये आउण पिछे भला कदी भी नहीं आउण लगे। मीडिया पता है उन्होंने कि साडा असल मसला की है, पता है उन्होंने कि एग्रीकल्चर दे विच कख नहीं दस्या गया, कोई पॉलिसी नहीं वजह हुई है। और फूड दी जिहड़ी असल थ्रैट अगे आउण वाली है पानी दी, फूड एंड वाटर रिसोर्सिस दी, उहदे ते किसी ने कदी कोई गल करदे नहीं सुनिया। और हुण तो ताजुब ये कि मेरे कल किसी ने गल भी हो राती, तो मैं क्या इस्लामाबाद, उन्होंने कहा बस ठीक है, हूँ मैं जरा फिर खबर ला लवां वेखिए की जलूस का अपडेट है। ज़ौक खराब हो गया। उन्होंने पता है कि इस अपडेट का साड़ी डे टू डे लाइफ नाल ताल्लुक भी कोई नहीं, और उहदे विच इस अपडेट के नतीजे कोई तब्दीली भी कोई नहीं होनी। लेकिन ये सेंसेशनलिज्म की बुनियाद पर लोग उहदे ते ट्यून हो चुके हैं, लोग उन्हें सुनना चाह रहे हैं। उहदे बिल मुकाबिल अगर लम्मा राह इख्तियार करना पवे कि जनाब मसलन असीं प्लान कर रहे हैं कि कुछ माहिरीन जिहड़े ने उन्होंने इनवाइट किया जाया करे और उन्हां नाल गल हुंदी रहे, चलो कुछ हज़ार लोग ने जिहड़े समझण कि साडे मारूजी ऑब्जैक्टिव रियलिटी नूं सामने रख के साडे एग्जैक्ट उत्थे कित्थे कित्थे जरूरत है, या छोटे तो छोटे दायरे फूड के मामले किस तरह खुराक और ज़राअत के जरिए किवें सैल्फ सफिशेंट होया जा सकता है। फिर अगर कोई इस तरह के इंडिविजुअल और छोटे छोटे सैटअप्स बन भी जान, उन्हां दी फुल प्रूफ और मोस्ट यूजफुल नैटवर्किंग का की प्रोसीजर और की तरीका है, उहदे लई किहड़े कुछ कंसलटेंट्स इंगेज किए जान, उन्हां दी ओपीनियन लई जाए। अच्छा जिहा नैटवर्क बन जाए तो उहदी उस नैटवर्क नूं हुकूमत तो थ्रैट हुंदी है। मिसाल फिर वो इत्थों देनी पे तो जो अहमदियां का नाम होंदा, फिर बड़ी तकलीफ होंदी है ना बहुत ज़्यादा कि यार ये तो बगैर गल मुकम्मल क्यों नहीं होंदी। रवा दे विच जिहड़ा हॉस्पिटल इस वक्त पंजाब दे बेहतरीन कार्डिक इंस्टीट्यूट पूरे मतलब पाकिस्तान दे नहीं भी तो पंजाब दे सब तो अच्छे, बल्कि बाज़ हवाले नाल तो पाकिस्तान का सब तो वड्डा इंस्टीट्यूट के तौर पर जिहड़ा काम कर रहा, उन्होंने अपनी बिल्डिंग प्रोक्योरमेंट तामीर मशीनरी ये सारा कुछ करदियां होया कित्थे कित्थे रुकावटां आईयां ने, उन्हां ते उत्ते एक अलहदा डॉक्यूमेंट्री बन सकती। और जिहड़ा पब्लिक सर्विस वास्ते हॉस्पिटल उन्होंने पब्लिक नूं उस इलाके च उहदे नाल दी कोई शै नहीं जिहड़ा सहूलत दे रहा, उन्होंने बाज़ क्लीयरेंसिस नहीं मिल रही। वो तालीमी इदारे जिहड़े उन्हां दे कोलों कख नहीं मंगते, ना स्टाफ ना कुछ। नजम सेठी जिस वेले वजीर आला सी ते इस नूं यूनिवर्सिटी दे चार्टर दे वास्ते अप्लाई करने वास्ते मैं खुद बाज़ उत्थे इदारे नाल अफराद के जरिए अप्रोच किया। उन्हें आख्या जी ये यूनिवर्सिटी तुसी रब्बे बनानी है, इत्थे नहीं तुहानूं कुछ असीं इजाजत देनी, किसी ने भी नहीं देनी।
ਤੇ ਕਿਸੇ ਕਿਰਾਏ ਦੀ ਕੋਠੀ ਦੇ ਵਿੱਚ ਪਿੰਡੀ ਇਸਲਾਮਾਬਾਦ 'ਚ ਹੋਵੇ ਨਾ ਕੋਈ ਬਿਜ਼ਨਸਮੈਨ, ਤੋਂ ਆਖੇ ਜੀ ਮੈਂ ਯੂਨੀਵਰਸਿਟੀ ਬਣਾਉਂਗਾ, ਬਿਸਮਿਲ੍ਲਾ, ਤੇਰੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ। ਉੱਥੇ ਕੋਣ ਕਿਸੇ ਨੇ ਨਹੀਂ ਪੁੱਛਣਾ ਕਿ ਤੇਰੇ ਕੋਲ ਕਿੰਨੇ PhD ਨੇ, ਤੇਰੇ ਕੋਲ ਕਿੰਨੀ ਬਿਲਡਿੰਗ ਹੈ, ਤੇਰੇ ਕੋਲ ਕੀ ਐਸੈਸਰੀਜ਼ ਨੇ, ਕੀ ਤੇਰੇ ਕੋਲ ਗੈਜਟਸ ਨੇ, ਕੀ ਸਹੂਲੀਆਤ ਨੇ, ਕਿੱਥੇ ਕਿੱਥੇ ਇੰਟਰਨੈਸ਼ਨਲ ਨੈਟਵਰਕਿੰਗ ਤੇਰੀ, ਕੱਖ ਨਹੀਂ ਪੁੱਛਣਾ ਕਿਸੇ। ਔਰ ਉਹਦੇ ਨਤੀਜੇ 'ਚ ਐਜੂਕੇਸ਼ਨਲ ਕੁਆਲਿਟੀ ਕਿਤਨੀ ਕੰਪਰੋਮਾਈਜ਼ਡ ਹੋ ਚੁੱਕੀ ਪਾਕਿਸਤਾਨ ਦੀ, ਉਹ ਵੀ ਤੁਹਾਡੇ ਸਾਹਮਣੇ। ਇਹਨਾਂ ਹਾਲਾਤ ਦੇ ਵਿੱਚ ਇਸ ਤੋਂ ਵੱਡੀ ਮੈਂ ਅਰਜ਼ ਕੀਤੀ ਸੀ ਨਾ ਕਿ ਅਜ਼ਾਬਾਂ ਦੀਆਂ ਮੁਖਤਲਿਫ ਕਿਸਮਾਂ ਹੁੰਦੀਆਂ ਨੇ। ਨੰਬਨੈਸ ਔਰ ਮਸਲੇ ਦਾ ਇਦਰਾਕ ਨਾ ਹੋਣਾ ਇੱਕ ਸਭ ਤੋਂ ਖਤਰਨਾਕ ਕਿਸਮ ਹੈ ਅਜ਼ਾਬ ਦੀ। ਤੁਸੀਂ ਮਰੀ ਜਾ ਰਹੇ ਹੋ ਔਰ ਖੇਡੀ ਜਾ ਰਹੇ ਹੋ। ਮਰੀ ਤੋਂ ਮੁਰਾਦ ਕੋ ਮਰੀ ਨਹੀਂ, ਮਤਲਬ ਰੋਜ਼ਾਨਾ ਮਰ ਰਹੇ ਹੋ ਤੁਸੀਂ, ਔਰ ਆਪਣੀ ਮੌਤ ਦੇ ਉੱਤੇ ਰੋਜ਼ ਬੈਠੇ ਜਸ਼ਨ ਵੀ ਮਨਾ ਰਹੇ ਹੋ। ਉਹ ਮੁੰਨੂ ਭਾਈ ਦਾ ਲਹਿਜਾ ਆਪਣਾ ਹੁੰਦਾ ਸੀ। ਉਹ ਇਹੋ ਜਿਹੇ ਜਦੋਂ ਇਕੱਠ ਹੋ ਜਾਂਦੇ ਸਨ ਨਾ ਸਿਆਸਤਦਾਨਾਂ ਦੇ ਉੱਤੇ, ਜਲਸੇ ਤੇ ਜਲੂਸ ਤੇ ਮੁਤਾਲਬੇ, ਤੇ ਉਹ ਆਉਂਦੇ ਹੁੰਦੇ ਸਨ ਕਿ ਬਾਂਦਰ ਬੈਠੇ ਜੂਆਂ ਕੱਢਣ ਇੱਕ ਦੂਜੇ ਦੇ ਵਾਲਾਂ 'ਚੋਂ। ਬਾਂਦਰ ਬੈਠੇ ਜੂਆਂ ਕੱਢਣ ਇੱਕ ਦੂਜੇ ਦੇ ਵਾਲਾਂ 'ਚੋਂ, ਦੁੱਧ ਪਿਆਂਦੀ ਕੁੜੀ ਨੂੰ ਵੇਖਣ ਅੰਮ੍ਰਿਤ ਟਪਕੇ ਰਾਲਾਂ 'ਚੋਂ, ਤੇ ਬੜੇ ਸਿਆਸੀ ਨੁਕਤੇ ਲੱਭਦੇ ਮਾਂ ਭੈਣ ਦੀਆਂ ਗਾਲਾਂ 'ਚੋਂ, ਪਰ ਅਜੇ ਕਿਆਮਤ ਨਹੀਂ ਆਈ, ਪਰ ਅਜੇ ਕਿਆਮਤ ਨਹੀਂ ਆਈ। ਇਹ ਜਨਾਬ ਤੁਹਾਡੀ ਸੂਰਤ ਹਾਲ ਹੈ। ਲੀਡਰਸ਼ਿਪ ਉਹ ਆਪਣੀ ਨੋਈਅਤ ਦੀ ਮੁਨਾਫਿਕ ਔਰ ਬੇਈਮਾਨ, ਮੁਕਤਦਰ ਆ ਜਿਹੜੀ। ਆਪੋਜੀਸ਼ਨ ਆਪਣੀ ਨੋਈਅਤ ਦੀ ਬੇਈਮਾਨ ਔਰ ਮੁਨਾਫਿਕ। ਐਸਟੈਬਲਿਸ਼ਮੈਂਟ ਪਰਲੇ ਦਰਜੇ ਦੀ ਅਪਰਚੂਨਿਸਟ। ਇਹ ਆਂਦੀ ਕਿ ਠੀਕ ਹੈ, ਉਦੋਂ ਇੱਕ ਕੁੜੀ ਦੇ ਦੋ ਆਸ਼ਕਾਂ ਦੀ ਤਰ੍ਹਾਂ ਹੋ ਸਕਿਆ, ਮੈਨੂੰ ਕਿਹੜੀ ਲੋੜ ਵਿੱਚ ਆਉਣ ਦੀ। ਇੱਕ ਮਾਰੇਗਾ, ਦੂਜੇ ਨੂੰ ਕਤਲ ਕਰੇਗਾ, ਮੈਂ ਇਹਦੇ ਤੇ ਗਵਾਹੀ ਦੇ ਕੇ ਤੇ ਇਹਨੂੰ ਫਾਂਸੀ ਚੜਵਾ ਦੇਣ, ਬਾਅਦ 'ਚ ਮੇਰੀ ਇਹਨੇ ਕਿੱਥੇ ਜਾਣਾ। ਉਹ ਹੀ ਆਂਦੇ ਨੇ ਚੱਲ ਠੀਕ ਹੈ, ਜੇ ਇਹਨੂੰ ਠੁੱਡਾ ਮਾਰ ਕੇ ਬਾਹਰ ਕੱਢਦੇ ਨੇ, ਉਹਦੇ ਜਿਹੜਾ ਨੁਕਸਾਨ ਹੋਵੇਗਾ ਅਸੀਂ ਹੀ ਆਉਣਾ ਵਿੱਚ ਛੁਡਾਵਾਂ ਭੈਣ, 4 ਉਹਨੂੰ ਮਾਰਾਂਗੇ, 2 ਉਹਨੂੰ ਮਾਰਾਂਗੇ, ਤੁਸੀਂ ਦੋਵੇਂ ਟੈਂਟ ਤੇ ਖੇਡੋ। ਅਸੀਂ ਹੁਣ ਕੁਛ ਅਰਸੇ ਆਸਤੇ ਫਾਰ ਅ ਗੁੱਡ ਟਾਈਮ ਪਾਕਿਸਤਾਨ ਹੁਣ ਮੁਤਹਮਲ ਨਹੀਂ ਹੋ ਸਕਦਾ ਕੁਛ ਤਜਰਬਾਤ ਦਾ। ਇਹਨਾਂ ਹਾਲਾਤ ਦੇ ਵਿੱਚ ਕਮ ਅਜ਼ ਕਮ ਮੇਰਾ ਤਾਂ ਹੁਣ ਇਹ ਗੁਜ਼ਾਰਿਸ਼ ਸੀ ਕਿ ਕੋਈ ਐਸੇ ਇੰਸਟੀਟਿਊਟ ਜਾਂ ਕੋਈ ਵਰਚੁਅਲ ਇਦਾਰੇ ਬਣ ਜਾਣ ਜਿਹੜੇ ਹੁਕੂਮਤ ਨਾਲ ਇਹ ਹੀ ਕਰ ਲੈਣ ਕਿ ਤੁਸੀਂ ਇਨਕਮ ਕਰੋ ਕਿ ਤੁਸੀਂ ਬੰਦੇ ਦੇ ਪੁੱਤਰਾਂ ਵਾਲਾ ਕੰਮ ਤਾਂ ਕੋਈ ਨਹੀਂ ਕੀਤਾ, ਤੁਸੀਂ ਮੁਲਕ ਦੀ ਬਿਹਤਰੀ ਵਾਸਤੇ 1 ਇੰਚ ਵੀ ਅਪਸਾਈਡ ਐਰੋ ਨਹੀਂ ਗਿਆ ਤੁਹਾਡਾ। ਔਰ ਅਪੋਜੀਸ਼ਨ ਨੇ ਵੀ ਕੱਲ ਤੱਕ ਇਹ ਹੀ ਸੀ ਨਾ ਸਾਰਾ ਕੁਝ। ਇਹਨਾਂ ਨੂੰ ਇਹ ਤਾਂ ਨਹੀਂ ਗਾ ਹੁਣ ਨਵੇਂ ਆਦਾਦੋ ਸ਼ੁਮਾਰ ਇਹਨਾਂ ਨੂੰ ਚਾਹੀਦੇ ਨੇ, ਸਾਰਾ ਕੁਛ ਇਹਨਾਂ ਦੀ ਫਿੰਗਰ ਟਿਪਸ 'ਤੇ ਸੀ। ਫਰਕ ਸਿਰਫ ਇੰਨਾ ਪਿਆ ਕਿ ਅੱਗੇ ਇੰਟੀਰੀਅਰ ਮਿਨਿਸਟਰੀ ਦੇ ਉੱਤੇ ਇੰਨਾ ਲੰਘ ਲੱਥੇ ਅਪਰੋਚ ਨਾਲ ਗੱਲ ਕਰਨ ਵਾਲਾ ਬੰਦਾ ਨਹੀਂ ਸੀ ਆਇਆ ਕਦੀ ਕੋਈ। ਹੁਣ ਇੱਕ ਉਹਨੂੰ ਲੈ ਆਉਂਦਾ, ਯਾਨੀ ਖਾਰਜਾ 'ਚ ਅੱਗੇ ਮਕਬੂਲੀਅਤ ਕੋਈ ਨਹੀਂ ਸੀ। ਦਾਖਲਾ ਦੇ ਵਿੱਚ ਸ਼ੇਖ ਰਸ਼ੀਦ ਆ ਗਿਆ। ਉਹ ਪਿਛਲੇ ਜਦੋਂ ਮਹੱਜ਼ਬ ਤਬਸਰਿਆਂ ਕਰਨ ਦਾ ਜ਼ਮਾਨਾ ਹੁੰਦਾ ਸੀ ਤੇ ਇੱਕ ਵਫਾਕੀ ਵਜ਼ੀਰ ਇਸੇ ਤਰ੍ਹਾਂ ਹੀ ਕਬੀਨਾ ਦੇ ਵਿੱਚ ਆਇਆ ਤੇ ਨਵਾਇਬ ਵਕਤ ਦੀ ਜਾਂ ਜਿਹੜਾ ਉਸ ਵਕਤ ਮੌਕਰ ਇੱਕ ਅਖਬਾਰ ਸੀ, ਉਹਦੇ ਵਿੱਚ ਇਹਨਾਂ ਪੁਰਾਣੇ ਬਜ਼ੁਰਗਾਂ 'ਚੋਂ ਕਿਸੇ ਨੇ ਆਪਣੇ ਕਾਲਮ 'ਚ ਸੁਰਖੀ ਲਾਈ ਕਿ ਫਲਾਂ ਸਾਹਿਬ ਵੀ ਵਫਾਕੀ ਵਜ਼ੀਰ ਹੋ ਗਏ, ਇੰਨਾ ਲਿਲਾਹਿ व ਇੰਨਾ ਇਲੈਹਿ ਰਾਜਿਊਨ। ਉਦੋਂ ਇੰਨਾ ਤਬਸਰਾ ਕਾਫੀ ਹੁੰਦਾ ਸੀ, ਹੁਣ ਬੰਦੇ ਸਮਝ ਵੀ ਜਾਂਦੇ ਸਨ। ਹੁਣ ਇਸ ਗੱਲ ਨਾਲ ਜ਼ਾਹਿਰ ਕਿਸੇ ਨੇ ਕੀ ਸਮਝਣਾ। ਇੰਨਾ ਹੈ ਕਿ ਸ਼ੇਖ ਰਸ਼ੀਦ ਦੇ ਵਫਾਕੀ ਵਜ਼ੀਰ ਦਾਖਲਾ ਬਣਨ ਨਾਲ ਨਜ਼ਰ ਆਉਣ ਲੱਗ ਪਿਆ ਕਿ ਹੁਣ ਗੱਲ ਮੁੱਕ ਗਈ, ਬਲਕਿ ਗੱਲ ਹੁਣ ਪਿੱਛੇ ਕੋਈ ਨਹੀਂ ਬਚੀ। ਹੁਣ ਉਹ ਜਿੱਤਣ ਕਿ ਉਹ ਹਾਰਨ, ਉਹ ਇਹਨਾਂ ਨੂੰ ਮਾਰਨ ਤੇ ਇਹ ਉਹਨਾਂ ਨੂੰ ਮਾਰਨ। ਪਬਲਿਕ ਦੇ ਮਫਾਦ ਵਾਸਤੇ ਹੁਣ ਕੋਈ ਨਹੀਂ, ਇਹਨਾਂ ਆਪਣੇ ਘੋੜੇ ਤੇ ਤੋਪਾਂ ਤੇ ਪਿਆਦੇ ਵਿੱਚ ਆਪ ਹੀ ਮਰਨਾ ਨੇ। ਬਾਅਦ ਜੋ ਕਈ ਵਾਰੀ ਇਹ ਹੁੰਦਾ ਕਿ ਉਹ ਇੱਕ ਬਾਦਸ਼ਾਹ ਬਚਦਾ ਸ਼ਤਰੰਜ ਤੇ ਫਿਰ ਉਹ ਭੱਜਾ ਫਿਰਦਾ ਪੂਰੀ ਸ਼ਤਰੰਜ ਦੇ ਉੱਤੇ। ਹਾਲਾਤ ਹੁਣ ਇਹ ਹੀ ਲੱਗ ਰਹੇ ਨੇ ਕਿ ਇਹਨੇ ਅੱਗੇ ਅੱਗੇ ਹੋਣਾ ਤੇ ਬਾਕੀ ਅਰਸ਼ਾ ਪਿੱਛੇ ਪਿੱਛੇ।
एक बार ज़रा शेख रशीद वाला मोहरा जो पिट लवे फिर वेखण वाला होने हालात। लेकिन हुण वो थिएटर बिल्कुल तैयार है। अल्लाह करे कि पब्लिक की ज़्यादातर जान अमवाल वो महफूज रहन और पब्लिक प्रॉपर्टीज़ का ज़्यादा से ज़्यादा तहफ़ुज़ हो सके। और उसका एको ही हल है कि जिस तरह वो कहते ना कोरोना की वैक्सीन तो कोई नहीं, सिर्फ ये वे कि दूर रवो, इन बाहरों सद के अंदर ना लियावो। इन हालात दे विच भी कोई वैक्सीन नहीं है क्योंकि कोई मुखलिस नहीं है तुहाडे नाल। इन्हां कोलों फासला डिवेलप करो तो ये ऊठ तो घोड़े तो वड्डे वड्डे चाल चलन वाले और चालों का शिकार होने वाले एक दूजे नाल आप ही रगड़ा खा खू के ते डिग ढह के मरन। वो बाद जे पिछे कोई फजा बने वो शरीफ आदमी जो उन्होंने तो ये बाद चुग जान के दोबारा कोई सिस्टम खड़ा कर सकन तो कर सकन। फिलहाल तो ये किसी ने वो कहा ना मशहूर तराना सी कि ये वतन हमारा है, हम हैं पासबां इसके। तंग आके पब्लिक ने फिर औखा होकर गल ही करनी होंगी। उस आख्या ये वतन तुम्हारा है, हम हैं खाम खा इसके।